ਹੈਲੋ ਸਟੂਡੈਂਟਸ, ਵੈਲਕਮ ਟੂ ਸੋਸ਼ੋਲੋਜੀ ਲੈਕਚਰ। ਹਾਂਜੀ ਬੇਟਾ, ਰੂਰਲ ਸੁਸਾਇਟੀ ਦੀ ਰਿਵੀਜ਼ਨ ਕਰ ਰਹੇ ਹਾਂ ਅਸੀਂ। ਅੱਜ ਸਾਡਾ ਰਿਵੀਜ਼ਨ ਦਾ 10th ਲੈਕਚਰ ਆ ਜਿਹੜਾ। ਅੱਜ ਦੇ ਲੈਕਚਰ ਵਿੱਚ ਅਸੀਂ ਹਰੀ ਕ੍ਰਾਂਤੀ ਦੇ ਪ੍ਰਭਾਵ ਆ ਜਿਹੜੇ ਉਹ ਕਰਾਂਗੇ। ਪਿਛਲੇ ਲੈਕਚਰ ਦੇ ਵਿੱਚ ਅਸੀਂ ਹਰੀ ਕ੍ਰਾਂਤੀ ਬਾਰੇ ਪੜ੍ਹਿਆ। ਅੱਜ ਅਸੀਂ ਹਰੀ ਕ੍ਰਾਂਤੀ ਦੇ ਸਮਾਜ ਦੇ ਉੱਤੇ ਕੀ ਪ੍ਰਭਾਵ ਪਏ ਉਹਦੇ ਬਾਰੇ ਪੜ੍ਹਾਂਗੇ। ਧਿਆਨ ਨਾਲ ਸੁਣਨਾ ਬੇਟਾ, ਇਹ ਵਾਲਾ ਕੁਐਸਚਨ ਤੁਹਾਨੂੰ 4 ਨੰਬਰ ਵਿੱਚ ਵੀ ਪੁੱਛਿਆ ਜਾ ਸਕਦਾ ਕਿ ਹਰੀ ਕ੍ਰਾਂਤੀ ਦੇ ਪ੍ਰਭਾਵ ਦੱਸੋ, ਅਤੇ ਲੌਂਗ ਵੀ ਆ ਸਕਦਾ 6 ਨੰਬਰ ਦੇ ਵਿੱਚ। ਸਟਾਰਟ ਕਰ ਰਹੇ ਹਾਂ ਆਪਾਂ ਅੱਜ ਦਾ ਲੈਕਚਰ। ਆਪਾਂ ਹੁਣ ਤੱਕ ਹਰੀ ਕ੍ਰਾਂਤੀ ਕੀ ਉਹਦੇ ਬਾਰੇ ਪੜ੍ਹਿਆ ਕਿ ਹਰੀ ਕ੍ਰਾਂਤੀ in the field of agriculture development in India, Punjab made a progress development of agriculture in Punjab mainly related with green revolution. In this, high yielding variety seeds were used to increase the production of wheat, rice and other crops. This is the reason that the production of rice and wheat was increased in Punjab after 1966 ਕਿ ਦੇਸ਼ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ 1966 ਤੋਂ ਬਾਅਦ ਖੇਤੀ ਦੇ ਵਿੱਚ ਜਿਹੜਾ ਹੈਰਾਨੀਜਨਕ ਪਰਿਵਰਤਨ ਆਇਆ। ਕਣਕ ਅਤੇ ਮੱਕੀ ਦੀ ਜਿਹੜੀ ਆਪਾਂ ਕਹਿ ਲਈਏ ਜਿਹੜੀਆਂ ਫਸਲਾਂ ਨੇ, ਚੌਲ ਕਣਕ ਚੌਲ ਦੇ ਵਿੱਚ ਜਿਹੜੇ ਕ੍ਰੌਪਸ ਨੇ, ਫਸਲਾਂ ਨੇ, ਇਹਨਾਂ ਦੇ ਉਤਪਾਦਨ ਵਿੱਚ ਜਿਹੜਾ ਹੈਰਾਨੀਜਨਕ ਵਾਧਾ ਹੋਇਆ ਉਹਨੂੰ ਆਪਾਂ ਹਰੀ ਕ੍ਰਾਂਤੀ ਕਹਿੰਦੇ ਹਾਂ। ਇਹ ਵਾਧਾ ਜਿਹੜਾ ਆਪਾਂ ਪੜ੍ਹਿਆ ਕਿ ਉੱਨਤ ਬੀਜਾਂ ਦੀ ਜਿਹੜੀ ਵਰਤੋਂ ਆ ਉਹਨਾਂ ਦੇ ਕਰਕੇ ਆ ਹੋਂਦ ਵਿੱਚ ਆਇਆ। ਪਿਛਲੇ ਲੈਕਚਰ ਦੇ ਵਿੱਚ ਆਪਾਂ ਹਰੀ ਕ੍ਰਾਂਤੀ ਦੇ ਤੱਤ ਕੀਤੇ ਸੀ ਕਿ ਹਰੀ ਕ੍ਰਾਂਤੀ ਹੈ ਜਿਹੜੀ ਉਹਦੇ ਕੀ ਕਾਰਨ ਆ, ਕਿੰਨਾ ਕਰਕੇ ਇਹ ਜਿਹੜਾ ਵਾਧਾ ਇੱਕਦਮ ਹੋਇਆ। ਉਹਦੇ ਵਿੱਚ ਅਸੀਂ ਕੀਤਾ ਸੀ ਉੱਨਤ ਬੀਜ, ਰਸਾਇਣਿਕ ਖਾਦਾਂ, ਸਿੰਚਾਈ, ਬਹੁਫਸਲੀ ਖੇਤੀ ਹੈ ਜਿਹੜੀ ਉਹ ਕਰਨ ਲੱਗੇ। ਆਧੁਨਿਕ ਜਿਹੜੀ ਟੈਕਨੋਲੋਜੀ ਆ, ਖੇਤੀ ਜੰਤਰ ਨੇ, ਸਾਖ ਸਹੂਲਤਾਂ ਕਿਸਾਨਾਂ ਨੂੰ ਮਿਲੀਆਂ। ਠੀਕ ਆ, ਖੇਤੀ ਨਾਲ ਰਿਲੇਟਡ ਐਗਰੀਕਲਚਰ ਰਿਸਰਚ ਜਿਹੜੀਆਂ ਹੋਈਆਂ, ਖੋਜਾਂ ਹੋਈਆਂ। ਠੀਕ ਆ, ਮਾਰਕੀਟਿੰਗ ਫੈਸਿਲਿਟੀਜ਼ ਕਿਸਾਨਾਂ ਨੂੰ ਮਿਲੀਆਂ, ਮੰਡੀ ਦੀਆਂ ਸਹੂਲਤਾਂ ਜਿਹੜੀਆਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ। ਉਹਨਾਂ ਦੇ ਖੇਤਾਂ ਦੀ ਮਿੱਟੀ ਦੀ ਜਾਂਚ ਹੋਈ, ਸੋਇਲ ਟੈਸਟਿੰਗ ਹੈ ਜਿਹੜੀ ਉਹ ਕੀਤੀ ਗਈ। ਕ੍ਰੌਪ ਇੰਸ਼ੋਰੈਂਸ ਕੀਤਾ ਗਿਆ, ਫਸਲਾਂ ਦਾ ਬੀਮਾ ਕੀਤਾ ਗਿਆ। ਸੋਇਲ ਕਨਵਰਸੇਸ਼ਨ, ਭੂਮੀ ਸੁਰੱਖਿਆ ਜਿਹੜੀ ਉਹਦੇ ਲਈ ਉਪਰਾਲੇ ਕੀਤੇ ਗਏ। ਹੁਣ ਤੱਕ ਆਪਾਂ ਇਹ ਰੀਜ਼ਨਸ ਕੀਤੇ ਨੇ, ਤੱਤ ਕੀਤੇ ਨੇ ਕਿ ਇਹਨਾਂ ਕਾਰਨਾਂ ਦੇ ਕਰਕੇ ਹਰੀ ਕ੍ਰਾਂਤੀ ਹੈ ਜਿਹੜੀ ਪੰਜਾਬ ਦੇ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਆਈ। ਐਗਰੀਕਲਚਰ ਫੀਲਡ ਦੇ ਵਿੱਚ ਇੱਕਦਮ ਇਨਕਰੀਜ਼ ਹੋਇਆ, ਜਿਹੜੀ ਪ੍ਰੋਡਕਸ਼ਨ ਉਹ ਬਹੁਤ ਜ਼ਿਆਦਾ ਵੱਧ ਗਈ। ਕਿਸਾਨਾਂ ਦਾ ਜੀਵਨ ਹੈ ਜਿਹੜਾ ਖੁਸ਼ਹਾਲ ਹੋਇਆ। ਹੁਣ ਤੱਕ ਅਸੀਂ ਇਹ ਕੀਤਾ ਸੀਗਾ। ਇੱਕ ਕੁਐਸਚਨ ਤੁਹਾਡਾ ਇੱਥੇ ਤੱਕ ਬਣਦਾ ਬੇਟਾ ਕਿ ਹਰੀ ਕ੍ਰਾਂਤੀ ਕੀ ਹੈ ਅਤੇ ਉਹਦੇ ਕੀ ਕਾਰਨ ਨੇ ਜਿਨ੍ਹਾਂ ਕਰਕੇ ਹਰੀ ਕ੍ਰਾਂਤੀ ਆਈ। ਤਾਂ ਅਸੀਂ 1 ਬਾਏ 1 ਇਹ ਕਰਾਂਗੇ। ਅੱਜ ਅਸੀਂ ਕੀ ਕਰਨਾ, ਅੱਜ ਅਸੀਂ ਰਿਵੀਜ਼ਨ ਦੇ ਲਈ ਕਰਨਾ ਹਰੀ ਕ੍ਰਾਂਤੀ ਜਿਹੜੀ ਸਾਹਮਣੇ ਆਈ ਇਹਨਾਂ ਕਾਰਨਾਂ ਕਰਕੇ ਉਹਨਾਂ ਦੇ ਸਮਾਜ ਉੱਤੇ ਕੀ ਪ੍ਰਭਾਵ ਪਏ। ਹੁਣ ਆਪਾਂ ਅੱਜ ਦਾ ਜਿਹੜਾ ਟੌਪਿਕ ਆ ਉਹ ਸਟਾਰਟ ਕਰਨ ਜਾ ਰਹੇ ਹਾਂ, ਇੰਪੈਕਟ ਆਫ ਗ੍ਰੀਨ ਰੈਵੋਲੂਸ਼ਨ, ਕਿ ਹਰੀ ਕ੍ਰਾਂਤੀ ਦੇ ਪ੍ਰਭਾਵ ਕੀ ਪਏ। ਮੈਂ ਤੁਹਾਨੂੰ ਬੇਟਾ ਹਮੇਸ਼ਾ ਕਲਾਸ ਵਿੱਚ ਵੀ ਦੱਸਦੀ ਹੁੰਦੀ ਹਾਂ ਕਿ ਕੋਈ ਵੀ ਸੋਸ਼ਲ ਕਿਰਿਆ, ਸੋਸ਼ਲ ਐਕਸ਼ਨ ਆ, ਜੋ ਵੀ ਸਮਾਜਿਕ ਕਿਰਿਆ ਹੁੰਦੀ ਆ, ਉਹਦਾ ਸੁਸਾਇਟੀ ਦੇ ਉੱਤੇ, ਸਮਾਜ ਦੇ ਉੱਤੇ ਸਕਾਰਾਤਮਕ ਅਤੇ ਨਕਾਰਾਤਮਕ, ਪੋਜ਼ੀਟਿਵ ਅਤੇ ਨੈਗੇਟਿਵ ਜਿਹੜਾ ਇੰਪੈਕਟ ਆ ਉਹ ਜ਼ਰੂਰ ਪੈਂਦਾ। ਹੁਣ ਅਸੀਂ ਹਰੀ ਕ੍ਰਾਂਤੀ ਦੀ ਗੱਲ ਕਰ ਰਹੇ ਹਾਂ ਤਾਂ ਹਰੀ ਕ੍ਰਾਂਤੀ ਦਾ ਵੀ ਸਮਾਜ ਦੇ ਉੱਤੇ ਪੋਜ਼ੀਟਿਵ ਇੰਪੈਕਟ ਵੀ ਪਿਆ ਔਰ ਨੈਗੇਟਿਵ ਵੀ ਪਿਆ। ਪੋਜ਼ੀਟਿਵ ਇੰਪੈਕਟ ਮਤਲਬ ਕਿ ਸਮਾਜ ਦੇ ਲਈ ਕਿਹੜੇ ਅਜਿਹੇ ਪ੍ਰਭਾਵ ਜਾਂ ਅਜਿਹੇ ਕੀ ਇਹਦਾ ਅਸਰ ਹੋਇਆ ਕਿ ਜੋ ਸਮਾਜ ਲਈ ਫਾਇਦੇਮੰਦ ਸੀ, ਚੰਗਾ ਹੋਇਆ। ਜੇ ਹਰੀ ਕ੍ਰਾਂਤੀ ਆਉਣ ਦੇ ਨਾਲ ਪਰਿਵਰਤਨ ਆ ਜਿਹੜਾ ਉਹਦੇ ਚੰਗੇ ਪੱਖ ਕੀ ਨੇ, ਪਹਿਲਾਂ ਆਪਾਂ ਉਹ ਕਰ ਲਈਏ, ਫਿਰ ਆਪਾਂ ਹਰੀ ਕ੍ਰਾਂਤੀ ਦੇ ਨਕਾਰਾਤਮਕ ਪ੍ਰਭਾਵ ਕਰਾਂਗੇ। ਸਭ ਤੋਂ ਪਹਿਲਾਂ ਪੋਜ਼ੀਟਿਵ ਇੰਪੈਕਟ ਕੀ ਨੇ, ਸਕਾਰਾਤਮਕ ਪ੍ਰਭਾਵ ਜਿਨ੍ਹਾਂ ਨੂੰ ਕਿਹਾ ਜਾਂਦਾ। ਨੰਬਰ 1, ਇਨਕਰੀਜ਼ ਇਨ ਪ੍ਰੋਡਕਸ਼ਨ, ਕਿ ਅਨਾਜ ਦੇ ਉਤਪਾਦਨ ਵਿੱਚ ਜਿਹੜਾ ਉਹ ਇੱਕਦਮ ਕੀ ਆ, ਵਾਧਾ ਹੋਇਆ। ਠੀਕ ਆ, ਇਸ ਪ੍ਰੋਗਰਾਮ ਦੀ ਸਭ ਤੋਂ ਪ੍ਰਮੁੱਖ ਸਫਲਤਾ ਇਹ ਸੀ ਕਿ ਅਨਾਜ, ਵਿਸ਼ੇਸ਼ਕਰ ਚਾਵਲ ਅਤੇ ਕਣਕ, ਜਿਵੇਂ ਅਸੀਂ ਪਿਛਲੇ ਲੈਕਚਰਸ ਦੇ ਵਿੱਚ ਕੀਤਾ ਕਿ ਇਹਨਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਚਾਹੇ ਚਾਵਲ ਦਾ ਉਤਪਾਦਨ ਪਹਿਲਾਂ ਚੰਗਾ ਹੋ ਰਿਹਾ ਸੀ, ਪਰ ਕਣਕ ਦੇ ਉਤਪਾਦਨ ਵਿੱਚ ਵੀ ਬੇਤਾਸ਼ਾ ਵਾਧਾ ਜਿਹੜਾ ਹੋਇਆ। ਹਰੀ ਕ੍ਰਾਂਤੀ ਦੇ ਵਿੱਚ ਮੱਕੀ, ਜਵਾਰ, ਬਾਜਰਾ, ਰਾਂਗੀ, ਹੋਰ ਬਹੁਤ ਸਾਰੀਆਂ ਅਜਿਹੀਆਂ ਫਸਲਾਂ ਨੇ ਜਿਹੜਾ ਕਿ ਆਪਾਂ ਕੀਤਾ ਕਿ ਫਸਲੀ ਚੱਕਰ ਆ ਜਿਹੜਾ ਉਹ ਚੇਂਜ ਹੋ ਗਿਆ। ਉਹਦੇ ਨਾਲ ਕਿ ਉਤਪਾਦਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਕਿਸਾਨਾਂ ਦੇ ਲਈ ਇਹ ਬਹੁਤ ਵਧੀਆ ਖੁਸ਼ੀ ਦੀ ਗੱਲ ਸੀ, ਚੰਗਾ ਸੁਸਾਇਟੀ 'ਤੇ ਪ੍ਰਭਾਵ ਪਿਆ। ਠੀਕ ਆ, ਦੂਸਰਾ ਪੁਆਇੰਟ ਆ ਇਨਕਰੀਜ਼ ਪ੍ਰੋਡਕਸ਼ਨ ਆਫ ਕਮਰਸ਼ੀਅਲ ਕ੍ਰੌਪਸ, ਵਪਾਰਕ ਫਸਲਾਂ ਦੇ ਉਤਪਾਦਨ ਵਿੱਚ ਵਾਧਾ। ਵਪਾਰਕ ਫਸਲਾਂ ਬੇਟਾ ਉਹ ਫਸਲਾਂ ਹੁੰਦੀਆਂ ਜਿਨ੍ਹਾਂ ਨੂੰ ਮੰਡੀ ਦੇ ਵਿੱਚ ਵੇਚਿਆ ਜਾਂਦਾ, ਵਪਾਰ ਕੀਤਾ ਜਾਂਦਾ, ਇੰਡਸਟਰੀਜ਼ ਦੇ ਵਿੱਚ ਜਿਨ੍ਹਾਂ ਦੀ, ਜਿਵੇਂ ਕਿ ਰਾਅ ਮਟੀਰੀਅਲ ਦੇ ਲਈ ਜਿਨ੍ਹਾਂ ਦੀ ਲੋੜ ਹੁੰਦੀ ਹੈ। ਠੀਕ ਆ, ਉਹਨਾਂ ਨੂੰ ਆਪਾਂ ਕਮਰਸ਼ੀਅਲ ਕ੍ਰੌਪਸ ਕਹਿੰਦੇ ਹਾਂ, ਵਪਾਰਕ ਫਸਲਾਂ। ਅਤੇ ਹਰੀ ਕ੍ਰਾਂਤੀ ਆਉਣ ਦਾ ਜਿਹੜਾ ਮੁੱਖ ਮੰਤਵ ਸੀਗਾ ਅਨਾਜ ਦੇ ਉਤਪਾਦਨ ਵਿੱਚ ਵਾਧਾ ਕਰਨਾ ਤਾਂ ਸੀ, ਪਰ ਸ਼ੁਰੂ ਦੇ ਵਿੱਚ ਵਪਾਰਕ ਫਸਲਾਂ ਵਿੱਚ ਨਹੀਂ ਕੋਈ ਵਾਧਾ ਹੋਇਆ, ਜਿਵੇਂ ਕਿ ਗੰਨਾ, ਕਪਾਹ, ਜੂਟ, ਤੇਲ ਦੇ ਬੀਜ, ਆਲੂ, ਇਹ ਸਾਰਾ ਕੀ ਉਤਪਾਦਨ
ਪਹਿਲਾਂ ਤਾਂ ਨਾਰਮਲ ਸੀ, ਪਰ 1973-74 ਤੋਂ ਬਾਅਦ 1973 ਐਂਡ 1974 ਇਸ ਈਅਰ ਤੋਂ ਬਾਅਦ ਕੀ ਆ, ਇਹ ਜਿਹੜੀਆਂ ਫਸਲਾਂ ਨੇ, ਵਪਾਰਕ ਫਸਲਾਂ ਨੇ, ਕਮਰਸ਼ੀਅਲ ਕ੍ਰੌਪਸ ਨੇ, ਇਹਨਾਂ ਦੀ ਜਿਹੜੀ ਪ੍ਰੋਡਕਸ਼ਨ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ, ਇਹਨਾਂ ਦੇ ਉਤਪਾਦਨ ਵਿੱਚ ਵਾਧਾ ਹੋਇਆ। ਇਸੇ ਤਰ੍ਹਾਂ ਹੀ ਤੇਲ ਦੇ ਬੀਜਾਂ ਅਤੇ ਆਲੂ ਦੇ ਉਤਪਾਦਨ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ। ਤਾਂ ਕਿਸਾਨ ਕੀ ਆ, ਇਹਨਾਂ ਨੂੰ ਵੇਚ ਕੇ ਬਹੁਤ ਜ਼ਿਆਦਾ ਉਹਨਾਂ ਦੇ ਕੋਲੇ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਆ ਉਹ ਚੇਂਜ ਹੋ ਗਿਆ, ਉਹਨਾਂ ਕੋਲ ਮਨੀ ਆ ਗਈ, ਉਹਨਾਂ ਦਾ ਆਰਥਿਕ ਪੱਧਰ ਆ ਜਿਹੜਾ ਉੱਚਾ ਹੋ ਗਿਆ, ਇਕਨੋਮਿਕਲੀ ਸਟਰੋਂਗ ਹੋ ਗਿਆ। ਠੀਕ ਹੈ ਬੇਟਾ। ਨੈਕਸਟ ਇਹਦਾ ਪੋਜ਼ੀਟਿਵ ਇੰਪੈਕਟ ਕੀ ਪਿਆ ਹਰੀ ਕ੍ਰਾਂਤੀ ਦਾ, 3rd ਨੰਬਰ 'ਤੇ ਹੈ ਇਨਕਰੇਜਮੈਂਟ ਆਫ ਇੰਪਲਾਇਮੈਂਟ, ਰੁਜ਼ਗਾਰ ਨੂੰ ਵਾਧਾ ਮਿਲਿਆ ਕਿ ਨਵੀਂ ਤਕਨੀਕ ਦੇ ਪ੍ਰਯੋਗ ਦੇ ਨਾਲ ਖੇਤੀ ਦੇ ਨਾਲ ਸੰਬੰਧਿਤ ਜਿਹੜੇ ਰੁਜ਼ਗਾਰ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਜਿਵੇਂ ਕਿ ਇਸ ਨਾਲ ਕਈ ਪ੍ਰਕਾਰ ਦੀਆਂ ਫਸਲਾਂ ਨੇ ਜਿਹੜੀਆਂ ਕਈ ਸਾਲਾਂ ਬੀਜਣ, ਨਵੀਆਂ ਨੌਕਰੀਆਂ ਜਿਹੜੀਆਂ ਉਹ ਵੱਧ ਗਈਆਂ। ਠੀਕ ਆ, ਫਸਲਾਂ ਬੀਜਣ ਦੇ ਲਈ, ਉਹਨਾਂ ਦੇ ਸੀਡਸ ਨੂੰ ਤਿਆਰ ਕਰਨ ਲਈ ਮਸ਼ੀਨਰੀ ਜਿਹੜੀ ਪ੍ਰਯੋਗ ਹੁੰਦੀ ਆ ਐਗਰੀਕਲਚਰ ਦੇ ਵਿੱਚ ਅਸੀਂ ਕੀਤਾ। ਨਵੇਂ ਉਦਯੋਗ ਨੇ ਜਿਹੜੇ ਇੰਡਸਟਰੀਜ਼ ਨੇ ਉਹ ਸਥਾਪਿਤ ਹੋ ਗਏ, ਉਹਨਾਂ ਵਿੱਚ ਵਰਕਰਸ ਦੀ ਲੋੜ ਪਈ ਉਹਨਾਂ ਮਸ਼ੀਨਾਂ ਨੂੰ ਬਣਾਉਣ ਲਈ, ਟੂਲਸ ਨੂੰ ਬਣਾਉਣ ਲਈ। ਤਾਂ ਖੇਤੀ ਦੇ ਉਤਪਾਦਨ ਵਿੱਚ ਵੀ ਵਾਧਾ ਹੋਇਆ ਅਤੇ ਰੁਜ਼ਗਾਰ ਦੇ ਜਿਹੜਾ ਉਹਨੂੰ ਵੀ ਬਹੁਤ ਜ਼ਿਆਦਾ ਹੋਰ ਖੇਤਰਾਂ ਦੇ ਵਿੱਚ ਮੌਕਾ ਮਿਲਿਆ, ਉਹਦੇ ਵਿੱਚ ਵੀ ਵਾਧਾ ਹੋਇਆ। ਠੀਕ ਹੈ ਬੇਟਾ। ਨੈਕਸਟ 4 ਜਿਹੜਾ ਇਹਦਾ ਪੋਜ਼ੀਟਿਵ ਇੰਪੈਕਟ ਪਿਆ, ਚੇਂਜ ਇਨ ਕ੍ਰੌਪ ਪੈਟਰਨ, ਫਸਲਾਂ ਦੇ ਢਾਂਚੇ ਵਿੱਚ ਜਿਹੜਾ ਪਰਿਵਰਤਨ ਆ ਉਹ ਆਇਆ। ਜਿਵੇਂ ਅਸੀਂ ਵਪਾਰਕ ਫਸਲਾਂ ਕੀਤਾ ਸੀਗਾ, ਵਪਾਰਕ ਫਸਲਾਂ ਨਹੀਂ, ਆਪਾਂ ਫਸਲੀ ਚੱਕਰ ਕੀਤਾ ਸੀ, ਬਹੁਤ ਫਸਲੀ ਖੇਤੀ ਚੱਕਰ ਜਿਹੜਾ ਕੀਤਾ ਸੀ ਉਹਨੂੰ ਉਵੇਂ ਆਪਾਂ ਕਹਿ ਸਕਦੇ ਹਾਂ ਕਿ ਢਾਂਚਾ ਜਿਹੜਾ ਸੀਗਾ ਫਸਲਾਂ ਦਾ ਉਹਦੇ ਵਿੱਚ ਚੇਂਜ ਆਇਆ। ਹਰੀ ਕ੍ਰਾਂਤੀ ਦੇ ਕਾਰਨ ਅਸੀਂ ਇਹ ਲਿਖਾਂਗੇ ਕਿ ਹਰੀ ਕ੍ਰਾਂਤੀ ਦੇ ਕਾਰਨ ਫਸਲਾਂ ਬੀਜਣ ਦੇ ਢਾਂਚੇ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ। ਸਭ ਤੋਂ ਪਹਿਲਾਂ ਅਨਾਜ ਦਾ ਉਤਪਾਦਨ 3 ਤੋਂ 4% ਸੀ ਸਾਲ ਦਾ, ਪਰ ਹੁਣ ਇਹ ਦਰ ਕੀ ਆ, ਵੱਧ ਗਈ ਆ। ਦਾਲਾਂ ਦਾ ਉਤਪਾਦਨ ਆ ਜਾਂ ਤਾਂ ਉੱਥੇ ਹੀ ਰਿਹਾ ਜਾਂ ਫਿਰ ਹੋਰ ਜ਼ਿਆਦਾ ਘਟ ਗਿਆ। ਦੂਜੇ ਅਨਾਜ ਉਤਪਾਦਨ ਵਿੱਚ ਚਾਵਲਾਂ ਦਾ ਹਿੱਸਾ ਘਟ ਗਿਆ ਅਤੇ ਕਣਕ ਦਾ ਹਿੱਸਾ ਵਾ ਜਿਹੜਾ ਉਹ ਕਾਫੀ ਆ ਉਹ ਵੱਧ ਗਿਆ। ਠੀਕ ਆ, ਜਿਹੜਾ ਢਾਂਚਾ ਸੀ ਉਹਦੇ ਵਿੱਚ ਕੀ ਹੈ, ਚੇਂਜ ਆ ਗਿਆ। ਇਹ ਤਾਂ ਸੀਗੇ ਬੇਟਾ ਪੋਜ਼ੀਟਿਵ ਇੰਪੈਕਟ ਕਿ ਜਿਹਦੇ ਨਾਲ ਖੇਤੀ ਖੇਤਰ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਚੰਗੀਆਂ ਗੱਲਾਂ ਸਮਾਜ ਦੇ ਲਈ ਫਾਇਦੇ ਲਈ ਸੀਗੀਆਂ ਉਹ ਸਾਹਮਣੇ ਆਈਆਂ ਹਰੀ ਕ੍ਰਾਂਤੀ ਆਉਣ ਦੇ ਨਾਲ। ਨੈਕਸਟ ਹੁਣ ਅਸੀਂ ਕਰਾਂਗੇ ਨੈਗੇਟਿਵ ਇੰਪੈਕਟ, ਨਕਾਰਾਤਮਕ ਪ੍ਰਭਾਵ ਕੀ ਪਏ ਨੇ ਖੇਤੀ ਦੇ ਹਰੀ ਕ੍ਰਾਂਤੀ ਆਉਣ ਦੇ ਸੋਸਾਇਟੀ ਦੇ ਉੱਤੇ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇ ਚੰਗਾ ਕੋਈ ਫਾਇਦਾ ਹੋਇਆ ਤਾਂ ਉਸ ਚੀਜ਼ ਦਾ, ਕਿਸੇ ਵੀ ਪਰਿਵਰਤਨ ਦਾ, ਤਾਂ ਉਸ ਦਾ ਨੁਕਸਾਨ ਵੀ ਜ਼ਰੂਰ ਹੁੰਦਾ। ਤਾਂ ਹਰੀ ਕ੍ਰਾਂਤੀ ਆਉਣ ਦੇ ਨਾਲ ਨੈਗੇਟਿਵ ਇੰਪੈਕਟ ਨੇ ਜਿਹੜੇ ਉਹ ਕਿਹੜੇ ਪਏ, ਨੰਬਰ 1 ਐਡਵੈਂਟ ਆਫ ਕੈਪੀਟਲਿਸਟ ਫਾਰਮਿੰਗ ਇਨ ਇੰਡੀਆ, ਕਿ ਭਾਰਤ ਵਿੱਚ ਪੂੰਜੀਵਾਦੀ ਜਿਹੜੀ ਖੇਤੀ ਆ ਉਹਦੀ ਸ਼ੁਰੂਆਤ ਹੋ ਗਈ। ਪੂੰਜੀਵਾਦੀ ਖੇਤੀ, ਨਵੀਂ ਖੇਤੀ ਦੇ ਪ੍ਰੋਗਰਾਮ ਵਿੱਚ ਬਹੁਤ ਜ਼ਿਆਦਾ ਪੈਸੇ ਦੇ ਨਿਵੇਸ਼ ਦੀ ਲੋੜ ਸੀ, ਜਿਵੇਂ ਕਿ ਬੀਜ, ਖਾਦਾਂ, ਕੀਟਨਾਸ਼ਕ, ਸਿੰਚਾਈ ਦੇ ਸਾਧਨਾਂ ਉੱਤੇ। ਇਹ ਨਿਵੇਸ਼ ਛੋਟੇ ਜਾਂ ਮੱਧਮ ਕਿਸਾਨਾਂ ਦੇ ਲਈ ਬਹੁਤ ਹੱਦ ਤੋਂ ਬਹੁਤ ਜ਼ਿਆਦਾ ਦੂਰ ਸਨ। ਵੱਡੇ ਕਿਸਾਨਾਂ ਨੇ ਤਾਂ ਇਹ ਜਿਹੜੀਆਂ ਆਪਾਂ ਪਹਿਲਾਂ ਤੱਤ ਕੀਤੇ ਨੇ, ਵੱਡੇ ਜਿਹੜੇ ਅਮੀਰ ਲੋਕ ਨੇ ਉਹਨਾਂ ਨੇ ਤਾਂ ਉਸ ਚੀਜ਼ ਨੂੰ ਬਹੁਤ ਜਲਦੀ ਅਪਣਾ ਲਿਆ, ਪਰ ਜਿਹੜੇ ਗਰੀਬ ਕਿਸਾਨ ਸੀ ਉਹਨਾਂ ਦੀ ਇਹ ਪਹੁੰਚ ਤੋਂ ਬਹੁਤ ਜ਼ਿਆਦਾ ਦੂਰ ਸਨ। ਇਸ ਦੇ ਨਾਲ ਜਿਹੜੀ ਦੇਸ਼ ਦੇ ਵਿੱਚ ਪੂੰਜੀਵਾਦੀ ਖੇਤੀ ਦੀ ਸ਼ੁਰੂਆਤ ਆ ਉਹ ਕੀਤੀ ਗਈ। ਪੈਸਾ ਦੇਸ਼ ਦੀ 6% ਜਨਤਾ ਦੇ ਹੱਥਾਂ ਵਿੱਚ ਇਕੱਠਾ ਹੋਣਾ ਸ਼ੁਰੂ, ਅਮੀਰ ਆ ਜਿਹੜੇ ਉਹ ਹੋਰ ਜ਼ਿਆਦਾ ਅਮੀਰ ਹੋਣ ਲੱਗ ਗਏ, ਉਹਨਾਂ ਕੋਲ ਟੈਕਨੋਲੋਜੀ ਆ ਗਈ, ਨਵੀਆਂ ਸਾਖ ਸਹੂਲਤਾਂ ਆ ਗਈਆਂ, ਪਰ ਜਿਹੜੇ ਛੋਟੇ ਗਰੀਬ ਕਿਸਾਨ ਸੀ ਉਹ ਹਰੀ ਕ੍ਰਾਂਤੀ ਦਾ ਉਹਨਾਂ ਨੂੰ ਕੋਈ ਲਾਭ ਨਾ ਹੋਇਆ। ਇਸ ਲਈ ਉਹਨਾਂ ਵਿੱਚ ਜਿਹੜਾ ਡਿਫਰੈਂਸ ਆ ਉਹ ਬਹੁਤ ਜ਼ਿਆਦਾ ਵੱਧ ਗਿਆ। ਠੀਕ ਆ। ਨੈਕਸਟ ਅਸੀਂ ਇਹਦਾ ਨੈਗੇਟਿਵ ਇੰਪੈਕਟ ਕੀ ਪਿਆ, ਵਾਈਡਨਿੰਗ ਡਿਸਪੈਰਿਟੀਜ਼ ਇਨ ਇਨਕਮ, ਆਮਦਨੀ ਵਿੱਚ ਅੰਤਰ ਦਾ ਵਧਣਾ। ਠੀਕ ਹੈ ਬੇਟਾ, ਕਿ ਖੇਤੀ ਦੀਆਂ ਤਕਨੀਕਾਂ ਪਰਿਵਰਤਨਾਂ ਦੇ ਨੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਆਮਦਨੀ ਦੇ ਅੰਤਰ ਵਿੱਚ ਵੀ ਵਾਧਾ ਕੀਤਾ, ਜਿਵੇਂ ਕਿ ਅਸੀਂ ਪਹਿਲਾਂ ਕੀਤਾ। ਠੀਕ ਹੈ, ਕਿ ਪੂੰਜੀਵਾਦੀ ਖੇਤੀ ਦੀ ਸ਼ੁਰੂਆਤ ਹੋਈ, 5-6% ਜਿਹੜਾ ਸੀਗਾ, ਜਿਹੜੀ ਫੈਸਿਲਿਟੀਜ਼ ਨੇ ਉਹ ਅਮੀਰ ਲੋਕਾਂ ਦੇ ਹੱਥਾਂ ਵਿੱਚ ਆਈਆਂ, ਤਾਂ ਉਹਦੇ ਨਾਲ ਕੀ ਹੈ, ਜਿਹੜੀ ਆਮਦਨ ਸੀ ਉਹ ਵੀ ਕੀ ਉਹਦੇ ਵਿੱਚ ਵੀ ਹੈ ਜਿਹੜਾ ਅੰਤਰ ਆ ਉਹ ਵੱਧ ਗਿਆ। ਠੀਕ ਆ। ਵੱਡੇ ਕਿਸਾਨਾਂ ਨੇ ਨਵੀਆਂ ਤਕਨੀਕਾਂ ਦਾ ਪ੍ਰਯੋਗ ਕਰਕੇ ਆਪਣੀ ਜਿਹੜੀ ਆਮਦਨੀ ਆ, ਪੈਸਾ, ਇਨਕਮ ਆ ਉਹਨੂੰ ਕਈ ਗੁਣਾ ਵਧਾ ਲਿਆ, ਪਰ ਛੋਟੇ ਕਿਸਾਨ ਅਜਿਹਾ ਨਹੀਂ ਕਰ ਸਕੇ। ਇਸ ਤਰ੍ਹਾਂ ਮਜ਼ਦੂਰਾਂ ਦੀ ਸਥਿਤੀ ਹੋਰ ਜ਼ਿਆਦਾ ਖਰਾਬ ਹੋ ਗਈ। ਨੈਕਸਟ ਹੈ ਬੇਟਾ ਪ੍ਰੋਬਲਮ ਲੇਬਰ ਡਿਸਪਲੇਸਮੈਂਟ। ਠੀਕ, ਕਿਰਤੀਆਂ ਨੂੰ ਉਜਾੜਨ ਦੀ ਸਮੱਸਿਆ। ਹੁਣ ਇਹ ਵੀ ਇੱਕ ਹਰੀ ਕ੍ਰਾਂਤੀ ਦੇ ਆਉਣ ਨਾਲ ਜਿਹੜੀ ਪ੍ਰੋਬਲਮ ਆ ਸਾਡੇ ਸਾਹਮਣੇ ਆਈ ਕਿ ਹਰੀ ਕ੍ਰਾਂਤੀ ਆਉਣ ਦੇ ਨਾਲ ਦੇਸ਼ ਵਿੱਚ ਉਦਯੋਗਾਂ ਨੂੰ ਲਾਉਣ ਉੱਤੇ ਵੀ ਜ਼ੋਰ ਦਿੱਤਾ ਗਿਆ। ਠੀਕ ਆ, ਖੇਤੀ ਵਾਲਿਆਂ ਜ਼ਮੀਨਾਂ ਉੱਤੇ ਉਦਯੋਗ ਲਗਾਏ ਗਏ। ਖੇਤੀ ਜਿਹੜੀਆਂ ਜ਼ਮੀਨਾਂ ਜਿੱਥੇ ਖੇਤੀ ਹੁੰਦੀ ਸੀ ਤਾਂ ਕਿਸਾਨਾਂ ਨੇ ਕੀ ਆਪਣੀਆਂ ਜ਼ਮੀਨਾਂ ਵੇਚ ਕੇ ਬਹੁਤ ਜ਼ਿਆਦਾ ਪੈਸਾ
ਕਹਿ ਲਓ ਕਿ ਵੱਡੇ ਪੱਧਰ ਦੇ ਉੱਤੇ ਆਪਣੀਆਂ ਜ਼ਮੀਨਾਂ ਵੇਚਣੀਆਂ ਵੀ ਸ਼ੁਰੂ ਕਰ ਦਿੱਤੀਆਂ ਉਦਯੋਗਪਤੀਆਂ ਨੂੰ, ਤਾਂ ਕਿ ਉਹ ਉਦਯੋਗ ਲਗਾ ਸਕਣ। ਠੀਕ ਆ। ਅਤੇ ਜਿਹੜੇ ਮਜ਼ਦੂਰ ਉੱਥੇ ਖੇਤੀ ਕਰਦੇ ਸੀ, ਉਹ ਮਜ਼ਦੂਰ ਕੀ ਆ, ਬੇਰੁਜ਼ਗਾਰ ਹੋ ਗਏ। ਇਸ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਨੇ ਆਰਥਿਕ ਅਤੇ ਰਾਜਨੀਤਿਕ ਮੋਰਚੇ ਉੱਤੇ ਕਈ ਪ੍ਰਕਾਰ ਦੀਆਂ ਨਵੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਪੈਦਾ ਕਰ ਦਿੱਤੀਆਂ। ਦੇਸ਼ ਵਿੱਚ ਕਈ ਭਾਗਾਂ ਵਿੱਚ ਚੱਲ ਰਿਹਾ ਨਕਸਲੀ ਅੰਦੋਲਨ ਆ ਜਿਹੜਾ, ਉਹ ਇਸੇ ਦਾ ਹੀ ਨਤੀਜਾ ਕਿ ਕਿਸਾਨਾਂ ਨੂੰ, ਗਰੀਬ ਲੋਕਾਂ ਨੂੰ ਇੱਕ ਥਾਂ ਤੋਂ ਹਟਾ ਕੇ ਦੂਜੀ ਥਾਂ ਉਜਾੜਨਾ। ਠੀਕ ਆ। ਜਿਹਦੇ ਕਰਕੇ ਵਿਰੋਧ ਪੈਦਾ ਹੁੰਦੇ ਆ ਸੋਸਾਇਟੀ ਵਿੱਚ, ਜਿਹੜਾ ਸਟਰਗਲ ਆ ਉਹ ਚੱਲਦਾ, ਕਲਾਸ ਸਟਰਗਲ ਜਿਹੜਾ ਸੀ ਉਹ ਹੁੰਦਾ ਸੋਸਾਇਟੀ ਦੇ ਵਿੱਚ। ਇੱਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਡੇ ਸਾਹਮਣੇ ਆਈਆਂ। ਠੀਕ ਹੈ ਬੇਟਾ, ਇਹ ਤਾਂ ਸੀ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਹਰੀ ਕ੍ਰਾਂਤੀ ਦੇ। ਇਹਦੇ ਵਿੱਚ 2 ਕੁਐਸਚਨ ਹੁਣ ਹਰੀ ਕ੍ਰਾਂਤੀ 'ਤੇ ਬਣਦੇ ਆ, ਜਿਹੜੇ ਤੁਸੀਂ ਚੰਗੀ ਤਰ੍ਹਾਂ ਕਰਨੇ ਆ, ਨੋਟ ਡਾਊਨ ਕਰੇ ਹੋਣੇ ਆ ਤੁਸੀਂ। ਉਹਨਾਂ ਨੂੰ ਚੰਗੀ ਤਰ੍ਹਾਂ ਲਰਨ ਕਰਨਾ, ਰਿਟਨ ਪ੍ਰੈਕਟਿਸ ਕਰਨੀ ਆ। ਪਹਿਲਾ ਕੁਐਸਚਨ ਸਾਡਾ ਹਰੀ ਕ੍ਰਾਂਤੀ ਤੋਂ ਕੀ ਭਾਵ ਹੈ, ਹਰੀ ਕ੍ਰਾਂਤੀ ਦੇ ਤੱਤਾਂ ਦਾ ਵਰਣਨ ਕਰੋ। ਦੂਸਰਾ ਸਾਡਾ ਕੁਐਸਚਨ ਬਣਦਾ ਹਰੀ ਕ੍ਰਾਂਤੀ ਤੋਂ ਕੀ ਭਾਵ ਹੈ, ਹਰੀ ਕ੍ਰਾਂਤੀ ਦੇ ਪ੍ਰਭਾਵਾਂ ਦਾ ਵਰਣਨ ਕਰੋ। ਇਹ ਤੁਸੀਂ ਸਕਾਰਾਤਮਕ ਅਤੇ ਨਕਾਰਾਤਮਕ ਦੋਨੋਂ ਪ੍ਰਭਾਵ ਰਾਈਟ ਕਰਨੇ ਆ। ਜੇ 4 ਨੰਬਰ ਵਿੱਚ ਆਉਂਦਾ ਤਾਂ ਦੋਨਾਂ ਨੂੰ ਕੰਬਾਈਨ ਕਰਕੇ 2 ਪੁਆਇੰਟ ਸਕਾਰਾਤਮਕ ਦੇ, 2 ਪੁਆਇੰਟ ਨਕਾਰਾਤਮਕ ਦੇ ਤੁਸੀਂ ਇਸ ਤਰ੍ਹਾਂ ਕਰੋਗੇ। ਜੇ 6 ਨੰਬਰ ਦਾ ਆਉਂਦਾ ਤਾਂ ਤੁਸੀਂ ਡਿਫਰੈਂਟ ਕਰਕੇ ਇਹਨਾਂ ਨੂੰ ਐਕਸਪਲੇਨ ਕਰੋਗੇ। ਅੱਜ ਦੇ ਲੈਕਚਰ ਲਈ ਬੇਟਾ ਥੈਂਕ ਯੂ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਲੈਕਚਰ ਸਮਝ ਆ ਗਿਆ ਹੋਵੇਗਾ। ਧੰਨਵਾਦ।